ਸਤਿ ਸ਼੍ਰੀ ਅਕਾਲ ਜੀ। ਅੱਜ ਇਹਨਾਂ ਦਾ ਇੰਤਜ਼ਾਰ ਕਰਦੇ ਕਰਦੇ ਰਾਤ ਦੇ 11 ਵੱਜ ਗਏ ਸੀ। ਉੱਦਾਂ ਤਾਂ ਰੋਜ਼ ਉਹ ਛੇਤੀ ਹੀ ਆ ਜਾਂਦੇ ਨੇ, ਪਰ ਅੱਜ ਕੋਈ ਖਾਸ ਦਿਨ ਸੀ। ਉਹਨਾਂ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ। ਇੰਤਜ਼ਾਰ ਕਰਦੇ ਕਰਦੇ ਮੇਰੀਆਂ ਅੱਖਾਂ ਥੱਕ ਚੁੱਕੀਆਂ ਸੀ, ਪਰ ਹੁਣ ਮੇਰੀਆਂ ਅੱਖਾਂ 'ਚ ਵੀ ਨੀਂਦ ਆ ਰਹੀ ਸੀ। ਨੀਂਦ ਆਉਣ ਦੇ ਬਾਵਜੂਦ ਵੀ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। 2 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਅਜੇ ਕਮਰੇ ਵਿੱਚ ਆਏ, ਪਰ ਉਹਨਾਂ ਦੇ ਚਿਹਰੇ 'ਤੇ ਬਹੁਤ ਗੁੱਸਾ ਸੀ। ਉਹਨਾਂ ਦੇ ਪੈਰ ਲੜਖੜਾ ਰਹੇ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਵੇ। ਮੈਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਮੇਰਾ ਹੱਥ ਵਗਾ ਕੇ ਪਰਾਂ ਮਾਰਿਆ ਤੇ ਬੋਲਣ ਲੱਗੇ ਕਿ ਤੈਨੂੰ ਮਿਲ ਗਿਆ ਉਹ ਜੋ ਤੂੰ ਚਾਹੁੰਦੀ ਸੀ। ਹੁਣ ਕੀ ਬਚਿਆ ਏ? ਕਿਉਂ ਮੇਰੀ ਹਮਦਰਦੀ ਲੈਣਾ ਚਾਹੁੰਦੀ ਆ? ਮੈਨੂੰ ਤੇਰੀ ਸ਼ਕਲ ਦੇਖ ਕੇ ਹੀ ਬਹੁਤ ਨਫ਼ਰਤ ਹੁੰਦੀ ਆ। ਮੇਰੇ ਸਾਹਮਣੇ ਇੰਜ ਭੋਲੀ ਬਣਦੀ ਆ ਜਿਵੇਂ ਮੈਂ ਤੇਰੀ ਹਕੀਕਤ ਤੋਂ ਵਾਕਿਫ ਨਾ ਹੋਵਾਂ। ਇਹਨਾਂ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਈ, ਪਰ ਮੈਂ ਸਬਰ ਦਾ ਘੁੱਟ ਭਰ ਕੇ ਚੁੱਪ ਕਰਕੇ ਉੱਥੇ ਹੀ ਖੜੀ ਰਹੀ ਤੇ ਇਹਨਾਂ ਦੀ ਜੁੱਤੀ ਲਾਉਣ ਲਈ ਅੱਗੇ ਵਧੀ। ਉਹ ਬੈੱਡ 'ਤੇ ਬੈਠ ਗਏ ਸੀ ਤੇ ਮੈਂ ਉਹਨਾਂ ਦੀ ਜੁੱਤੀ ਉਤਾਰ ਦਿੱਤੀ। ਮੇਰੀ ਜੁੱਤੀ ਉਤਾਰਨ 'ਤੇ ਉਹ ਕੁਝ ਨਾ ਬੋਲੇ ਤੇ ਓਨੀ ਹੀ ਦੇਰ ਵਿੱਚ ਉਹ ਗੂੜੀ ਨੀਂਦ ਸੌਂ ਗਏ ਸੀ, ਜਦੋਂ ਕਿ ਮੈਂ ਸਾਰੀ ਰਾਤ ਆਪਣੇ ਨਸੀਬ ਨੂੰ ਕੋਸਦੀ ਰਹੀ ਤੇ ਰੋਂਦੀ ਰਹੀ। ਅਗਲੇ ਦਿਨ ਅਜੇ ਨੇ ਮੈਨੂੰ ਇੱਕ ਸਾੜੀ ਲਿਆ ਕੇ ਦਿੱਤੀ ਤੇ ਕਿਹਾ ਕਿ ਇਹਨੂੰ ਪਾ ਕੇ ਚੰਗੀ ਤਰ੍ਹਾਂ ਤਿਆਰ ਹੋ ਜਾ, ਆਪਾਂ ਕਿਤੇ ਜਾਣਾ ਆ, ਤੇ ਕਿਹਾ ਕਿ ਉੱਥੇ ਤੇਰਾ ਜਾਣਾ ਬਹੁਤ ਜ਼ਰੂਰੀ ਆ। ਮੈਂ ਅਜੇ ਨੂੰ ਬਿਨਾਂ ਕੋਈ ਸਵਾਲ ਕੀਤੇ ਦੁਪਹਿਰ ਦੇ 12 ਵਜੇ ਸਾੜੀ ਪਾ ਲਈ ਤੇ ਆਪ ਤਿਆਰ ਹੋਣ ਲੱਗ ਪਈ। ਅਜੇ ਮੈਨੂੰ ਛੇਤੀ ਲੈਣ ਆ ਗਏ, ਪਰ ਉਹ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ ਸੀ। ਮੈਂ ਆਪਣੇ ਆਪ ਤਾਂ ਉਹਨਾਂ ਨਾਲ ਵਿਆਹ ਨਹੀਂ ਕਰਵਾਇਆ ਸੀ। ਅਜੇ ਮੇਰੀ ਕਿਸਮਤ ਵਿੱਚ ਸੀ ਤੇ ਉਹਨਾਂ ਦਾ ਮੇਰੇ ਨਾਲ ਵਿਆਹ ਹੋ ਗਿਆ। ਮੈਂ ਇੱਕ ਐਸੇ ਖਾਨਦਾਨ ਵਿੱਚ ਪੈਦਾ ਹੋਈ ਸੀ ਜਿੱਥੇ ਕੁੜੀਆਂ ਦੀ ਪੈਦਾਇਸ਼ੀ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਕੁੜੀਆਂ ਨੂੰ ਪੈਦਾ ਕਰਨ ਵਾਲੀ ਮਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਮੇਰੀ ਮਾਂ ਨੂੰ ਮੇਰੀ ਦਾਦੀ ਤੇ ਮੇਰੇ ਪਿਤਾ ਜੀ ਕੁਝ ਖਾਸ ਇੱਜ਼ਤ ਨਹੀਂ ਦਿੰਦੇ ਸੀ। ਮੈਂ ਹਮੇਸ਼ਾ ਮਾਂ ਨੂੰ ਰੋਂਦੇ ਹੋਏ ਵੇਖਦੀ ਸੀ। ਮੇਰੀਆਂ 2 ਭੈਣਾਂ ਵੀ ਉਸੇ ਘਰ ਵਿੱਚ ਰਹਿੰਦੀਆਂ ਸੀ, ਪਰ ਮੈਂ ਕੁਝ ਜ਼ਿਆਦਾ ਹੀ ਚੁੱਪ ਸੁਭਾਅ ਵਾਲੀ ਸੀ। ਪਿਤਾ ਜੀ ਬਹੁਤ ਸਖਤ ਸੁਭਾਅ ਵਾਲੇ ਸਨ ਤੇ ਮੰਮੀ ਦੇ ਆਪਣੇ ਹੀ ਬਹੁਤ ਦੁੱਖ ਸਨ। ਇਹਦੇ ਵਿੱਚ ਮੈਂ ਕਿਹਦੇ ਨਾਲ ਗੱਲ ਕਰਦੀ ਤੇ ਘਰ ਵਿੱਚ ਜ਼ਿਆਦਾ ਖਾਮੋਸ਼ੀ ਹੀ ਹੁੰਦੀ ਸੀ। ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਭੇਡ ਬੱਕਰੀਆਂ ਤੇ ਗਾਵਾਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਚਾਰਨ ਦਾ ਕੰਮ ਮੇਰੀ ਮਾਂ ਕਰਦੀ ਸੀ ਤੇ ਹਰ ਵਾਰ ਮਾਂ ਉਹਨਾਂ ਨੂੰ ਚਰਾਉਣ ਲਈ ਲੈ ਜਾਂਦੀ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਚਲ ਜਾਂਦੀ। ਪਰ ਇਸ ਲਈ ਨਹੀਂ ਕਿ ਮੈਨੂੰ ਮਾਂ ਦੇ ਨਾਲ ਜਾਣਾ ਚੰਗਾ ਲੱਗਦਾ ਸੀ, ਪਰ ਇਸ ਲਈ ਕਿ ਮੈਨੂੰ ਰਵੀ ਦੀਆਂ ਅੱਖਾਂ ਤੋਂ ਡਰ ਲੱਗਦਾ ਸੀ। ਜਦੋਂ ਦੀ ਮੈਂ ਹੋਸ਼ ਸੰਭਾਲੀ ਸੀ, ਮੈਂ ਰਵੀ ਨੂੰ ਭਰਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਮੈਂ ਹਮੇਸ਼ਾ ਹੀ ਉਹਨੂੰ ਆਪਣੇ ਭਰਾ ਦੀ ਨਜ਼ਰ ਤੋਂ ਵੇਖਦੀ, ਪਰ ਰਵੀ ਦੀ ਨਜ਼ਰ ਮੈਨੂੰ ਅਣਜਾਣ ਜਿਹੀ ਲੱਗਦੀ ਸੀ। ਇੱਕ ਔਰਤ ਹੋਣ ਦੇ ਨਾਤੇ ਮੇਰੇ ਵਿੱਚ ਇੰਨੀ ਕੁ ਸਮਝ ਤਾਂ ਸੀ ਕਿ ਮੈਂ ਉਸ ਦੀਆਂ ਅੱਖਾਂ ਵਿੱਚ ਗਲਤ ਸਹੀ ਵੇਖ ਸਕਦੀ, ਪਰ ਉਹ ਮੇਰਾ ਭਰਾ ਸੀ। ਮੈਂ ਖੁਦ ਹੀ ਇਸ ਕਸ਼ਮਕਸ਼ ਵਿੱਚ ਫਸ ਜਾਂਦੀ ਕਿ ਸ਼ਾਇਦ ਮੈਂ ਆਪਣੇ ਭਰਾ 'ਤੇ ਸ਼ੱਕ ਕਰ ਰਹੀ ਹਾਂ। ਪਰ ਇੱਕ ਦਿਨ ਮੇਰਾ ਇਹ ਸ਼ੱਕ ਯਕੀਨ ਵਿੱਚ ਬਦਲ ਗਿਆ। ਉਸ ਦਿਨ ਮੰਮੀ ਦੀ ਤਬੀਅਤ ਕੁਝ ਜ਼ਿਆਦਾ ਹੀ ਠੀਕ ਨਹੀਂ ਸੀ। ਪਹਿਲਾਂ ਤਾਂ ਪਿਤਾ ਜੀ ਨੇ ਡਾਕਟਰ ਕੋਲੋਂ ਦਵਾਈ ਲਿਆ ਕੇ ਦਿੱਤੀ। ਜਦੋਂ ਨਾ ਫਰਕ ਪਿਆ ਤਾਂ ਮੰਮੀ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਤਾਂ ਕਿ ਮੰਮੀ ਦਾ ਇਲਾਜ ਚੰਗੀ ਤਰ੍ਹਾਂ ਹੋ ਸਕੇ। ਪਰ ਮਰੀਜ਼ਾਂ ਨੂੰ ਖਾਣਾ ਆਪਣੇ ਘਰੋਂ ਲੈ ਕੇ ਆਉਣਾ ਪੈਂਦਾ ਸੀ। ਵੈਸੇ ਵੀ ਇਹ ਪਿੰਡ ਦਾ ਹਸਪਤਾਲ ਸੀ, ਇੱਥੇ ਸਾਰੇ ਲੋਕ ਆਪਣੇ ਘਰਾਂ ਤੋਂ ਹੀ ਖਾਣਾ ਲੈ ਕੇ ਜਾਂਦੇ ਸੀ। ਮੇਰੀਆਂ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਸੀ। ਹੁਣ ਘਰ ਵਿੱਚ ਬਸ ਮੈਂ ਹੀ ਰਹਿੰਦੀ ਸੀ। ਇਸੇ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਆ ਪਈ। ਮੰਮੀ ਨੂੰ ਸੰਭਾਲਣ ਤੋਂ ਲੈ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ। ਉਸ ਰਾਤ ਮੰਮੀ ਦਾ ਹਸਪਤਾਲ ਵਿੱਚ ਆਖਰੀ ਦਿਨ ਸੀ। ਮੰਮੀ ਨੂੰ ਹਸਪਤਾਲ ਤੋਂ ਸਵੇਰੇ ਛੁੱਟੀ ਮਿਲ ਜਾਣੀ ਸੀ। ਪਾਪਾ ਨੇ ਮੈਨੂੰ ਕਿਹਾ ਕਿ ਮੈਂ ਮੰਮੀ ਦੇ ਲਈ ਖਾਣਾ ਬਣਾ ਦੇਵਾਂ। ਉਹ ਜਾਂਦੇ ਹੋਏ ਲੈ ਕੇ ਜਾਣਗੇ। ਉਹਨਾਂ ਨੂੰ ਮੰਮੀ ਦੀਆਂ ਦਵਾਈਆਂ ਵੀ ਲੈਣੀਆਂ ਸੀ। ਮੈਂ ਮੰਮੀ ਲਈ ਖਾਣਾ ਬਣਾਉਣ ਲੱਗੀ। ਰਵੀ ਵੀ ਘਰ ਵਿੱਚ ਹੀ ਸੀ। ਮੇਰੇ ਦਿਲ ਵਿੱਚ ਇੱਕ ਅਣਜਾਣਾ ਜਿਹਾ ਖੌਫ ਸੀ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਕੋਈ ਅਣਹੋਣੀ ਹੋਣ ਵਾਲੀ ਆ। ਅਜੇ ਥੋੜ੍ਹਾ ਹੀ ਟਾਈਮ ਹੋਇਆ ਸੀ। ਮੈਂ ਖਾਣਾ ਬਣਾ ਰਹੀ ਸੀ ਰਸੋਈ ਵਿੱਚ ਤਾਂ ਮੈਨੂੰ ਆਪਣੇ ਪਿੱਛੇ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ। ਜਦੋਂ ਮੈਂ ਇੱਕਦਮ ਪਿੱਛੇ ਪਲਟ ਕੇ ਵੇਖਿਆ ਤਾਂ ਮੇਰੇ ਪਿੱਛੇ ਰਵੀ ਖੜਾ ਸੀ। ਉਹਦੇ ਚਿਹਰੇ 'ਤੇ ਇੱਕ ਅਜੀਬ ਜਿਹੀ ਵਹਿਸ਼ੀਅਤ ਸੀ, ਜਿਸ ਤਰ੍ਹਾਂ ਕਹਿ ਰਿਹਾ ਹੋਵੇ ਕਿ ਮੇਰੇ ਕੋਲੋਂ ਅੱਜ ਤੈਨੂੰ ਕੌਣ ਬਚਾਵੇਗਾ? ਅੱਜ ਤੂੰ ਇਕੱਲੀ ਆ, ਮੰਮੀ ਵੀ ਘਰ ਵਿੱਚ ਨਹੀਂ ਆ। ਡਰਦੀ ਮਾਰੀ ਇੱਕਦਮ ਮੈਂ ਪਿੱਛੇ ਹਟ ਗਈ। ਮੈਨੂੰ ਰਵੀ ਦੀ ਇਹ ਹਰਕਤ ਬਿਲਕੁਲ ਵੀ ਚੰਗੀ ਨਹੀਂ ਲੱਗੀ, ਪਰ ਫਿਰ ਵੀ ਮੈਂ ਚੁੱਪ ਰਹੀ ਕਿਉਂਕਿ ਉਹ ਮੇਰਾ ਭਰਾ ਸੀ।
ਰਵੀ ਦੀ ਇਸ ਹਰਕਤ 'ਤੇ ਮੈਂ ਉਸ ਨੂੰ ਕਿਹਾ ਕਿ ਤੈਨੂੰ ਕੀ ਹੋ ਗਿਆ ਹੈ? ਕੀ ਤੂੰ ਭੁੱਲ ਗਿਆ ਆ ਕਿ ਮੈਂ ਤੇਰੀ ਭੈਣ ਆ? ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਅਤੇ ਮੈਂ ਉਸ ਨੂੰ ਧੱਕਾ ਦੇ ਕੇ ਰਸੋਈ ਵਿੱਚੋਂ ਭੱਜ ਕੇ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਪਰ ਮੈਂ ਜਾਣਦੀ ਸੀ ਕਿ ਦਰਵਾਜ਼ਾ ਬਹੁਤ ਕਮਜ਼ੋਰ ਸੀ, ਉਹ ਜ਼ਿਆਦਾ ਟਾਈਮ ਬੰਦ ਨਹੀਂ ਰਹੇਗਾ। ਮੈਂ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਇੱਧਰ ਉੱਧਰ ਵੇਖਣ ਲੱਗੀ। ਪਹਿਲਾਂ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਕੋਈ ਚੀਜ਼ ਲੈ ਕੇ ਰਵੀ ਦੇ ਸਿਰ ਵਿੱਚ ਮਾਰ ਦੇਵਾਂ, ਪਰ ਅਜੇ ਵੀ ਮੈਨੂੰ ਇਹੀ ਸੀ ਕਿ ਉਹ ਮੇਰਾ ਭਰਾ ਆ। ਉਸੇ ਦੌਰਾਨ ਮੇਰੀ ਨਜ਼ਰ ਮੇਰੇ ਕਮਰੇ ਦੀ ਖਿੜਕੀ 'ਤੇ ਪਈ, ਜੋ ਪਸ਼ੂਆਂ ਵਾਲੇ ਬਰਾਂਡੇ ਵਿੱਚ ਆ ਕੇ ਖੁੱਲ੍ਹਦੀ ਸੀ। ਮੈਂ ਆਪਣੀ ਖਿੜਕੀ ਦੇ ਦੋਵੇਂ ਦਰਵਾਜ਼ੇ ਖੋਲ੍ਹ ਦਿੱਤੇ ਜਦੋਂ ਕਿ ਰਵੀ ਦਰਵਾਜ਼ਾ ਖੜਕਾ ਰਿਹਾ ਸੀ। ਫਿਰ ਮੈਂ ਖਿੜਕੀ ਵਿੱਚੋਂ ਛਲਾਂਗ ਮਾਰ ਦਿੱਤੀ ਅਤੇ ਉੱਧਰ ਪਏ ਘਾਹ 'ਤੇ ਜਾ ਡਿੱਗੀ। ਫਿਰ ਮੈਂ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਉੱਥੇ ਲੁਕ ਗਈ। ਮੈਨੂੰ ਬਹੁਤ ਤਕਲੀਫ ਹੋ ਰਹੀ ਸੀ, ਪਰ ਮੈਂ ਤਕਲੀਫ ਭੁੱਲ ਕੇ ਆਪਣੀ ਇੱਜ਼ਤ ਬਚਾਉਣ ਵਿੱਚ ਲੱਗੀ ਹੋਈ ਸੀ। ਰੱਬ ਜਾਣੇ ਉਸ ਤੋਂ ਬਾਅਦ ਕੀ ਹੋਇਆ, ਮੈਂ ਨਹੀਂ ਜਾਣਦੀ। ਮੈਂ ਸਾਰੀ ਰਾਤ ਉੱਥੇ ਪਸ਼ੂਆਂ ਵਾਲੇ ਕਮਰੇ ਵਿੱਚ ਲੁਕੀ ਰਹੀ। ਮੈਨੂੰ ਪਤਾ ਸੀ ਕਿ ਰਵੀ ਘਰ ਵਿੱਚ ਹੀ ਮੌਜੂਦ ਹੈ, ਇਸੇ ਲਈ ਮੈਂ ਡਰੀ ਸਹਿਮੀ ਹੋਈ ਉੱਥੇ ਹੀ ਬੈਠੀ ਰਹੀ। ਸਾਰੀ ਰਾਤ ਉੱਥੇ ਬਿਤਾਉਣ ਤੋਂ ਬਾਅਦ ਜਦੋਂ ਸਵੇਰ ਹੋਈ ਤਾਂ ਸੂਰਜ ਦੀ ਰੋਸ਼ਨੀ ਕਮਰੇ ਵਿੱਚ ਆ ਰਹੀ ਸੀ। ਮੈਂ ਹਲਕੇ ਹਲਕੇ ਕਦਮ ਰੱਖਦੀ ਹੋਈ ਆਪਣੇ ਘਰ ਵਿੱਚ ਦਾਖਲ ਹੋਈ। ਹਜੇ ਦਰਵਾਜ਼ੇ ਵਿੱਚ ਕਦਮ ਰੱਖਿਆ ਹੀ ਸੀ ਕਿ ਪਾਪਾ ਨੇ ਮੈਨੂੰ ਅੰਦਰੋਂ ਆਉਂਦੇ ਹੋਏ ਵੇਖ ਲਿਆ ਸੀ। ਅੱਗਾਂ ਵੇਖਿਆ ਨਾ ਪਿੱਛਾ ਉਹਨਾਂ ਨੇ ਮੈਨੂੰ ਮੇਰੇ ਵਾਲਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਕਿ ਕਿਸ ਦੇ ਨਾਲ ਮੂੰਹ ਕਾਲਾ ਕਰਵਾ ਕੇ ਆਈ ਆਂ। ਦਿਖਾ ਦਿੱਤੀ ਨਾ ਆਪਣੀ ਔਕਾਤ, ਜਿਸ ਤਰ੍ਹਾਂ ਦਾ ਤੇਰਾ ਬਾਪ ਸੀ ਉਵੇਂ ਦੀ ਤੂੰ ਨਿਕਲੀ। ਠੀਕ ਹੀ ਕਹਿੰਦੀ ਸੀ ਮੇਰੀ ਮਾਂ ਕਿ ਇਸ ਗੰਦੇ ਖੂਨ ਨੂੰ ਆਪਣੇ ਘਰ ਵਿੱਚ ਦਾਖਲ ਨਾ ਆਉਣ ਦੇ, ਪਰ ਚੰਦਾ ਦੀ ਖਾਤਰ ਤੈਨੂੰ ਮੈਂ ਆਪਣੇ ਘਰ ਵਿੱਚ ਲੈ ਆਇਆ। ਪਿਤਾ ਜੀ ਨੇ ਮਾਂ ਦਾ ਨਾਂ ਲੈਂਦਿਆਂ ਹੀ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਹ ਸੁਣਦੇ ਹੀ ਮੇਰੀ ਰੂਹ ਕੰਬ ਗਈ ਕਿ ਜਿਸ ਨੂੰ ਮੈਂ ਸ਼ੁਰੂ ਤੋਂ ਆਪਣਾ ਬਾਪ ਸਮਝ ਰਹੀ ਸੀ, ਅਸਲ ਵਿੱਚ ਉਹ ਮੇਰਾ ਬਾਪ ਵੀ ਨਹੀਂ ਸੀ, ਬਲਕਿ ਮੇਰਾ ਸਤੌਲਾ ਬਾਪ ਸੀ, ਜਿਸ ਨੇ ਮੈਨੂੰ ਪਾਲਿਆ ਸੀ। ਰਵੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦਾ ਹੈ? ਅੱਜ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਮਿਲ ਗਏ ਸੀ। ਸ਼ਾਇਦ ਰਵੀ ਨੂੰ ਬਚਪਨ ਤੋਂ ਹੀ ਪਤਾ ਸੀ। ਪਤਾ ਵੀ ਕਿਉਂ ਨਾ ਹੁੰਦਾ, ਉਹ ਮੇਰੇ ਨਾਲੋਂ 7 ਸਾਲ ਵੱਡਾ ਜੋ ਸੀ, ਉਹਨੂੰ ਤਾਂ ਸਾਰਾ ਪਤਾ ਹੀ ਸੀ ਕਿ ਮੈਂ ਇਸ ਘਰ ਵਿੱਚ ਕਿਵੇਂ ਆਈ ਹਾਂ। ਇੱਕ ਮੈਂ ਹੀ ਪਾਗਲ ਸੀ ਕਿ ਰਵੀ ਨੂੰ ਆਪਣਾ ਭਰਾ ਅਤੇ ਇਹਨਾਂ ਨੂੰ ਆਪਣਾ ਮਾਂ-ਬਾਪ ਸਮਝਦੀ ਰਹੀ। ਕਾਸ਼ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਅਤੇ ਮੈਂ ਰਵੀ ਕੋਲੋਂ ਪਹਿਲਾਂ ਤੋਂ ਹੀ ਦੂਰ ਰਹਿੰਦੀ। ਉਸ ਦਿਨ ਮੇਰੇ ਬਾਪ ਜਾਣੀ ਕਿ ਮੇਰੇ ਸੌਤੇਲੇ ਬਾਪ ਨੇ ਮੈਨੂੰ ਗਾਲਾਂ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਆਪਣੇ ਘਰੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਹੁਣ ਕਿੱਥੇ ਜਾਵਾਂਗੀ। ਸਾਡੇ ਘਰ ਤੋਂ ਥੋੜ੍ਹੀ ਹੀ ਦੂਰ ਇੱਕ ਪਾਰਕ ਸੀ, ਜਿੱਥੇ ਅਕਸਰ ਬੱਚੇ ਖੇਡਦੇ ਹੁੰਦੇ ਸੀ। ਬਚਪਨ ਵਿੱਚ ਮੈਨੂੰ ਵੀ ਬਹੁਤ ਰੀਝ ਹੁੰਦੀ ਸੀ ਕਿ ਮੈਂ ਵੀ ਉੱਥੇ ਖੇਡਣ ਜਾਵਾਂ, ਪਰ ਮਾਂ-ਬਾਪ ਦੀ ਸਖਤੀ ਦੇ ਕਾਰਨ ਮੈਂ ਕਦੀ ਵੀ ਉੱਥੇ ਨਹੀਂ ਗਈ ਸੀ। ਅੱਜ ਤਾਂ ਮੈਂ ਆਜ਼ਾਦ ਸੀ, ਪੈਰਾਂ ਵਿੱਚ ਕੋਈ ਜੰਜੀਰ ਨਹੀਂ ਸੀ, ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਸੀ। ਮੈਂ ਉਸੇ ਪਾਰਕ ਵੱਲ ਜਾ ਰਹੀ ਸੀ ਕਿ ਇੱਕਦਮ ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਜਿਸ ਤਰ੍ਹਾਂ ਕਿਸੇ ਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਹੋਵੇ। ਜਦੋਂ ਮੈਂ ਪਲਟ ਕੇ ਪਿੱਛੇ ਵੇਖਿਆ ਤਾਂ ਮੇਰੀ ਰੂਹ ਕੰਬ ਗਈ। ਰਵੀ ਮੇਰੇ ਪਿੱਛੇ ਖੜਾ ਸੀ। ਉਹਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਉਸ ਨੂੰ ਕਿਹਾ ਕਿ ਹੁਣ ਕੀ ਮੇਰੇ ਪਿੱਛੇ ਲੈਣ ਆਇਆ ਆ? ਮੈਨੂੰ ਘਰੋਂ ਕਢਵਾ ਕੇ ਤੈਨੂੰ ਸਕੂਨ ਨਹੀਂ ਮਿਲਿਆ? ਮੈਂ ਰਵੀ ਨੂੰ ਗੁੱਸੇ ਨਾਲ ਘੂਰ ਰਹੀ ਸੀ। ਉਹ ਮੁਸਕਰਾਉਂਦਾ ਹੋਇਆ ਬੋਲਿਆ ਕਿ ਤੂੰ ਤੇ ਘਰ ਛੱਡ ਕੇ ਹੀ ਆ ਗਈ ਆਂ। ਮੈਂ ਤਾਂ ਤੈਨੂੰ ਇਹ ਦੱਸਣ ਆਇਆ ਸੀ ਕਿ ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੀ ਮਰਜ਼ੀ ਨਾਲ ਰਹਿਣਾ ਪਵੇਗਾ। ਤੂੰ ਸਮਝਦੀ ਹੈ ਨਾ ਮੈਂ ਤੈਨੂੰ ਕੀ ਕਹਿਣਾ ਚਾਹ ਰਿਹਾ ਹਾਂ? ਹੁਣ ਤਾਂ ਤੈਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਮੈਂ ਤੇਰਾ ਭਰਾ ਨਹੀਂ ਹਾਂ ਅਤੇ ਤੂੰ ਮੇਰੀ ਭੈਣ ਨਹੀਂ, ਅਤੇ ਫਿਰ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਰਵੀ ਦੀ ਇਹ ਘਟੀਆ ਗੱਲ ਸੁਣਨ ਤੋਂ ਬਾਅਦ ਮੈਂ ਉਸਦੇ ਜ਼ੋਰਦਾਰ ਥੱਪੜ ਮਾਰਿਆ ਅਤੇ ਕਿਹਾ, ਥੁੱਕਦੀ ਹਾਂ ਮੈਂ ਤੇਰੇ ਇਸ ਘਰ 'ਤੇ, ਜਿੱਥੇ ਮੇਰੀ ਇੱਜ਼ਤ ਹੀ ਮਹਿਫੂਜ਼ ਨਾ ਹੋਵੇ। ਦਫਾ ਹੋ ਜਾ ਇੱਥੋਂ, ਅਤੇ ਇਹ ਗੱਲ ਸਮਝ ਲਾ ਕਿ ਅੱਜ ਤੋਂ ਬਾਅਦ ਮੈਂ ਕਦੀ ਵੀ ਤੇਰੇ ਘਰ ਵਿੱਚ ਨਹੀਂ ਰਹਿਣ ਆਵਾਂਗੀ। ਮੈਂ ਮਰ ਜਾਵਾਂਗੀ, ਪਰ ਇਸ ਤਰ੍ਹਾਂ ਦੀ ਜਲੀਲ ਭਰੀ ਜ਼ਿੰਦਗੀ ਮੈਨੂੰ ਮਨਜ਼ੂਰ ਨਹੀਂ ਆ। ਗੁੱਸੇ ਨਾਲ ਭਰਿਆ ਰਵੀ ਮੇਰੇ ਵੱਲ ਵੇਖ ਰਿਹਾ ਸੀ, ਜਿਸ ਤਰ੍ਹਾਂ ਉਹਨੂੰ ਯਕੀਨ ਹੀ ਨਾ ਹੋਵੇ ਕਿ ਮੈਂ ਘਰ ਛੱਡ ਕੇ ਵੀ ਜਾ ਸਕਦੀ ਹਾਂ। ਗੁੱਸੇ ਨਾਲ ਵੇਖਦਾ ਹੋਇਆ ਉਹ ਵਾਪਸ ਘਰ ਚਲਾ ਗਿਆ ਅਤੇ ਮੈਂ ਉੱਥੇ ਖੜੀ ਰਹੀ। ਰਵੀ ਦੇ ਜਾਣ ਤੋਂ ਬਾਅਦ ਮੈਂ ਜਲਦੀ ਉਸ ਪਾਰਕ ਵੱਲ ਜਾਣ ਲੱਗੀ। ਮੈਨੂੰ ਇਹ ਡਰ ਸੀ ਕਿ ਰਵੀ ਘਰ ਜਾ ਕੇ ਮਾਂ ਪਾਪਾ ਨੂੰ ਮੇਰੇ ਬਾਰੇ ਦੱਸੇਗਾ ਅਤੇ ਉਹ ਮੈਨੂੰ ਖੁਦ ਹੀ ਨਾ ਲੈਣ ਆ ਜਾਣ। ਆਖਿਰ ਮੈਂ ਇਸੇ ਘਰ ਵਿੱਚ ਪਲ ਕੇ ਵੱਡੀ ਹੋਈ ਹਾਂ ਸੀ, ਜ਼ਿੰਮੇਵਾਰੀ ਸੀ ਮੈਂ ਇਹਨਾਂ ਦੀ, ਪਰ ਨਾ ਜਾਣੇ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਹੌਲੀ ਤੁਰਦੀ ਪਾਰਕ ਵੱਲ ਜਾ ਹੀ ਰਹੀ ਸੀ ਕਿ ਅੱਗੋਂ ਮੈਨੂੰ ਇੱਕ ਔਰਤ ਮੇਰੇ ਵੱਲ ਆਉਂਦੀ ਦਿਖਾਈ ਦਿੱਤੀ। ਉਹਦੇ ਕੋਲ ਇੱਕ ਛੋਟਾ ਜਿਹਾ ਬੱਚਾ ਵੀ ਸੀ, ਜਿਸ ਨੂੰ ਉਸਨੇ ਆਪਣੀ ਛਾਤੀ ਦੇ ਨਾਲ ਲਾਇਆ ਹੋਇਆ ਸੀ। ਔਰਤ ਆਪਣੇ ਧਿਆਨ ਨਾਲ ਜਾ ਰਹੀ ਸੀ, ਪਰ ਮੇਰੀ ਨਿਗਾਹ ਉਸੇ ਔਰਤ 'ਤੇ ਟਿਕੀ ਹੋਈ ਸੀ। ਮੈਂ ਉਸ ਔਰਤ ਦੇ ਬਿਲਕੁਲ ਕੋਲ ਚਲੀ ਗਈ ਅਤੇ ਪਾਰਕ ਦਾ ਦਰਵਾਜ਼ਾ ਵੀ ਕੋਲ ਹੀ ਸੀ।
ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਪਿੱਛੋਂ ਆਈ ਤੇ ਇਸ ਤੋਂ ਪਹਿਲਾਂ ਕਿ ਉਹ ਕਾਰ ਉਸ ਔਰਤ ਨੂੰ ਟੱਕਰ ਮਾਰਦੀ, ਮੈਂ ਜਲਦੀ ਨਾਲ ਉਸ ਔਰਤ ਨੂੰ ਪਿੱਛੇ ਵੱਲ ਧੱਕਾ ਦੇ ਦਿੱਤਾ। ਉਹ ਔਰਤ ਡਰ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗੀ। ਉਹ ਔਰਤ ਹੈਰਾਨੀ ਦੇ ਨਾਲ ਮੇਰਾ ਸ਼ੁਕਰੀਆ ਅਦਾ ਕਰਨ ਲੱਗੀ ਕਿ ਜਿਸ ਤਰ੍ਹਾਂ ਮੈਂ ਉਸ ਦੀ ਜਾਨ ਬਚਾ ਕੇ ਕੋਈ ਅਹਿਸਾਨ ਕਰ ਦਿੱਤਾ ਹੋਵੇ, ਜਦੋਂ ਕਿ ਮੇਰੇ ਲਈ ਇਹ ਸਭ ਇੱਕ ਇਤਫਾਕ ਸੀ। ਉਸ ਔਰਤ ਨੇ ਮੇਰਾ ਸ਼ੁਕਰੀਆ ਅਦਾ ਕੀਤਾ। ਇਸੇ ਤਰ੍ਹਾਂ ਅਸੀਂ ਦੋਵੇਂ ਗੱਲਾਂ ਕਰਨ ਲੱਗੀਆਂ। ਮੈਂ ਆਪਣਾ ਦੁੱਖ ਭੁੱਲ ਕੇ ਉਸ ਔਰਤ ਨਾਲ ਗੱਲਾਂ ਕਰਨ ਲੱਗ ਪਈ। ਉਸ ਔਰਤ ਦੀ ਉਮਰ ਲਗਭਗ 50 ਸਾਲ ਸੀ, ਪਰ ਇੰਨਾ ਛੋਟਾ ਬੱਚਾ ਜੋ ਉਸਨੇ ਉਠਾ ਰੱਖਿਆ ਸੀ, ਯਕੀਨਨ ਉਸਦਾ ਪੋਤਾ ਜਾਂ ਦੋਤਾ ਹੋਵੇਗਾ। ਅਗਲੇ ਹੀ ਪਲ ਉਸ ਔਰਤ ਨੇ ਦੱਸ ਦਿੱਤਾ ਕਿ ਇਹ ਲੜਕਾ ਉਸਦਾ ਪੋਤਾ ਹੈ। ਥੋੜ੍ਹੀ ਦੇਰ ਗੱਲਾਂ ਕਰਨ ਤੋਂ ਬਾਅਦ ਉਸਨੇ ਮੈਨੂੰ ਪੁੱਛਿਆ ਕਿ ਬੇਟੀ ਤੂੰ ਕਿੱਥੋਂ ਆਈ ਆਂ, ਤੇਰਾ ਘਰ ਕਿੱਥੇ ਹੈ ਤੇ ਇੰਨੀ ਠੰਡ ਵਿੱਚ ਤੂੰ ਇੰਨੇ ਪਤਲੇ ਕੱਪੜੇ ਕਿਉਂ ਪਾਏ ਹੋਏ ਨੇ। ਉਸ ਔਰਤ ਦੇ ਸਵਾਲ ਕਰਨ 'ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਟਪਕ ਪਏ। ਮੈਂ ਉਸ ਨੂੰ ਸੱਚ ਦੱਸ ਦਿੱਤਾ ਕਿ ਆਂਟੀ ਮੇਰਾ ਕੋਈ ਘਰ ਨਹੀਂ ਹੈ, ਬਲਕਿ ਇਸ ਪੂਰੀ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੈ। ਮੈਂ ਉਸ ਔਰਤ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ। ਕਹਾਣੀ ਦੱਸਦੇ ਮੈਂ ਤਾਂ ਰੋ ਹੀ ਰਹੀ ਸੀ। ਮੇਰੇ ਨਾਲ ਉਹ ਔਰਤ ਵੀ ਰੋ ਪਈ ਰਹੀ ਸੀ। ਉਹ ਕਹਿਣ ਲੱਗੀ ਕਿ ਉਹਨਾਂ ਨੂੰ ਉਹਨਾਂ ਦੇ ਘਰ ਇੱਕ ਖਿਦਮਤ ਕਰਨ ਵਾਲੀ ਕੁੜੀ ਦੀ ਜ਼ਰੂਰਤ ਹੈ, ਕਿ ਮੇਰੇ ਕੋਲੋਂ ਮੇਰਾ ਪੋਤਾ ਸੰਭਾਲਿਆ ਨਹੀਂ ਜਾਂਦਾ, ਇਸ ਦੀ ਮਾਂ ਵੀ ਨਹੀਂ ਆ। ਇਸ ਤਰ੍ਹਾਂ ਇਹ ਬੱਚੇ ਨੂੰ ਸੰਭਾਲਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਮੈਂ ਉਹਨਾਂ ਨਾਲ ਜਾਣ ਲਈ ਤਿਆਰ ਸੀ, ਕਿਉਂਕਿ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਅਗਰ ਮੰਮੀ ਪਾਪਾ ਮੈਨੂੰ ਲੈਣ ਵੀ ਆ ਜਾਂਦੇ ਤਾਂ ਰਵੀ ਮੇਰਾ ਜੀਣਾ ਦੁੱਭਰ ਕਰ ਦਿੰਦਾ। ਸੋ ਉਸ ਦਿਨ ਮੈਂ ਉਸ ਔਰਤ ਨਾਲ ਉਹਨਾਂ ਦੇ ਘਰ ਆ ਗਈ। ਘਰ ਆਉਣ ਤੋਂ ਬਾਅਦ ਮੈਂ ਇਹਨਾਂ ਦਾ ਅਹਿਸਾਨ ਚੁਕਾਉਣ ਦੇ ਕਰਕੇ ਇਹਨਾਂ ਦੀ ਬਹੁਤ ਸੇਵਾ ਕੀਤੀ। ਮੈਂ ਇਹਨਾਂ ਦੇ ਘਰ ਦਾ ਸਾਰਾ ਕੰਮ ਕਰਦੀ, ਇਹਨਾਂ ਦੀ ਖੂਬ ਸੇਵਾ ਕਰਦੀ। ਉਹਨਾਂ ਨੇ ਮੈਨੂੰ ਰਹਿਣ ਲਈ ਇੱਕ ਅਲੱਗ ਕਮਰਾ ਦੇ ਦਿੱਤਾ ਸੀ। ਉਸ ਘਰ ਵਿੱਚ ਉਸ ਔਰਤ ਤੇ ਉਸਦੇ ਬੇਟੇ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ ਸੀ। ਮੇਰਾ ਉਹਦੇ ਨਾਲ ਕਦੀ ਕਦਾਈ ਟਾਕਰਾ ਹੋ ਜਾਂਦਾ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਹੰਕਾਰ ਸੀ। ਸ਼ਾਇਦ ਇਸ ਕਰਕੇ ਸੀ ਕਿਉਂਕਿ ਉਹ ਇਸ ਘਰ ਦਾ ਮਾਲਕ ਸੀ, ਜਾਂ ਉਹ ਮੈਨੂੰ ਆਪਣੀ ਨੌਕਰ ਸਮਝਦਾ ਸੀ। ਮੈਨੂੰ ਜਲਦੀ ਹੀ ਪਤਾ ਲੱਗ ਗਿਆ ਸੀ ਕਿ ਉਸ ਨੂੰ ਮੇਰੀ ਨੌਕਰ ਹੋਣ 'ਤੇ ਨਹੀਂ, ਬਲਕਿ ਔਰਤ ਹੋਣ ਤੋਂ ਹੀ ਨਫ਼ਰਤ ਸੀ। ਇਸ ਨਫ਼ਰਤ ਦਾ ਕੀ ਕਾਰਨ ਸੀ ਉਹ ਮੈਨੂੰ ਆਂਟੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਇਸ ਦੀ ਬੀਵੀ ਇਸ ਨੂੰ ਛੱਡ ਕੇ ਆਪਣੇ ਆਸ਼ਿਕ ਨਾਲ ਭੱਜ ਗਈ ਸੀ। ਉਸ ਤੋਂ ਬਾਅਦ ਇਸ ਨੂੰ ਔਰਤਾਂ ਨਾਲ ਨਫ਼ਰਤ ਹੋ ਗਈ। ਮੈਨੂੰ ਵੀ ਉਸ ਦੀ ਨਫ਼ਰਤ ਜਾਂ ਮੁਹੱਬਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਪਰ ਇਸ ਦਾ ਛੋਟਾ ਬੇਟਾ ਮੇਰੇ ਨਾਲ ਬਹੁਤ ਘੁਲ ਮਿਲ ਗਿਆ ਸੀ। ਹੁਣ ਮੈਂ ਘਰ ਦੇ ਸਾਰੇ ਕੰਮ ਸੰਭਾਲ ਲਏ ਸੀ, ਪਰ ਆਂਟੀ ਦੀ ਤਬੀਅਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਸੀ। ਇੱਕ ਦਿਨ ਅਚਾਨਕ ਆਂਟੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪੈ ਗਿਆ। ਇਸ ਦੌਰਾਨ ਉਸ ਦੀ ਮਾਂ ਨੇ ਉਸ ਕੋਲੋਂ ਇੱਕ ਵਾਅਦਾ ਲਿਆ ਕਿ ਜੇ ਉਹ ਮੈਨੂੰ ਆਪਣੀ ਮਾਂ ਸਮਝਦਾ ਹੈ ਤਾਂ ਉਹ ਮੇਰੇ ਨਾਲ ਵਿਆਹ ਕਰ ਲਵੇ। ਪਹਿਲਾਂ ਤਾਂ ਉਹ ਨਾ ਮੰਨਿਆ, ਪਰ ਫਿਰ ਮਾਂ ਦੀ ਬਿਮਾਰੀ ਨੂੰ ਵੇਖਦੇ ਹੋਏ ਉਸ ਨੂੰ ਇਹ ਗੱਲ ਮੰਨਣੀ ਪਈ। ਪਰ ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਵੀ ਅਜੇ ਦੇ ਰਵੱਈਏ ਵਿੱਚ ਕੋਈ ਬਦਲਾਵ ਨਹੀਂ ਆਇਆ, ਸਗੋਂ ਉਸ ਦੀ ਨਫ਼ਰਤ ਹੋਰ ਵੱਧ ਗਈ ਸੀ। ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਉਸ ਦੀ ਦੌਲਤ ਦੀ ਖਾਤਰ ਉਸ ਨਾਲ ਵਿਆਹ ਕੀਤਾ ਹੈ, ਪਰ ਹਕੀਕਤ ਕੁਝ ਹੋਰ ਰਹੀ ਸੀ। ਪਰ ਅਜੇ ਨੂੰ ਕੌਣ ਸਮਝਾਉਂਦਾ। ਅੱਜ ਬੜੇ ਸਮੇਂ ਬਾਅਦ ਇਸ ਨੇ ਮੈਨੂੰ ਕਾਲੇ ਰੰਗ ਦੀ ਸਾੜੀ ਲਿਆ ਕੇ ਦਿੱਤੀ ਸੀ, ਉਹ ਵੀ ਇਸ ਲਈ ਕਿ ਮੈਂ ਇਸ ਨਾਲ ਕਿਸੇ ਪਾਰਟੀ 'ਤੇ ਜਾ ਰਹੀ ਸੀ। ਪਰ ਮੈਂ ਪਿੰਡ ਦੀ ਸਿੱਧੀ ਸਾਦੀ ਕੁੜੀ ਸੀ। ਮੈਨੂੰ ਇਸ ਅਮੀਰ ਲੋਕਾਂ ਦੀ ਪਾਰਟੀ ਵਿੱਚ ਜਾਣ ਦਾ ਕੁਝ ਪਤਾ ਨਹੀਂ ਸੀ। ਪਾਰਟੀ ਵਿੱਚ ਇੱਕ ਆਦਮੀ ਨੇ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਉਹ ਡਾਂਸ ਕਰਨਾ ਚਾਹੁੰਦਾ ਸੀ, ਪਰ ਮੇਰੇ ਲਈ ਇਹ ਇੱਕ ਬਹੁਤ ਹੀ ਅਜੀਬ ਗੱਲ ਸੀ। ਮੈਂ ਉਸ ਆਦਮੀ ਦੇ ਵੀ ਥੱਪੜ ਜੜ ਦਿੱਤਾ, ਜਿਸ 'ਤੇ ਅਜੇ ਅੱਗ ਬਬੂਲਾ ਹੋ ਗਿਆ ਤੇ ਮੈਨੂੰ ਘੜੀਸਦਾ ਹੋਇਆ ਉੱਥੋਂ ਲੈ ਆਇਆ। ਪਰ ਘਰ ਦੇ ਅੰਦਰ ਲੈ ਕੇ ਜਾਣ ਦੀ ਬਜਾਏ ਉਸਨੇ ਮੈਨੂੰ ਘਰ ਦੇ ਬਾਹਰ ਹੀ ਛੱਡ ਦਿੱਤਾ ਤੇ ਦਰਵਾਜ਼ਾ ਬੰਦ ਕਰ ਦਿੱਤਾ। ਮੇਰਾ ਦਿਲ ਬਹੁਤ ਰੋ ਰਿਹਾ ਸੀ। ਮੈਂ ਇਹ ਸੋਚ ਰਹੀ ਸੀ ਕਿ ਨਾ ਜਾਣੇ ਕੁਦਰਤ ਮੈਨੂੰ ਆਪਣੇ ਘਰ ਤੋਂ ਕਿੰਨੀ ਵਾਰ ਘਰੋਂ ਬੇਘਰ ਕਰੇਗੀ। ਇਹ ਸੋਚ ਵਿੱਚ ਮੈਂ ਰੋ ਰਹੀ ਸੀ ਕਿ ਥੋੜ੍ਹੀ ਦੇਰ ਬਾਅਦ ਮੇਰੀ ਸੱਸ ਘਰੋਂ ਬਾਹਰ ਨਿਕਲ ਆਈ। ਉਹਨਾਂ ਨੇ ਮੇਰੇ ਅੱਥਰੂ ਪੂੰਝੇ ਤੇ ਨਰਮੀ ਦੇ ਨਾਲ ਆਪਣੇ ਬੇਟੇ ਨੂੰ ਸਮਝਾਇਆ ਤੇ ਦੱਸਿਆ ਕਿ ਮੈਂ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰ ਕੇ ਆਈ ਹਾਂ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਵਾਰ ਪਹਿਲਾਂ ਵੀ ਉਹਨਾਂ ਦੀ ਜਾਨ ਬਚਾ ਚੁੱਕੀ ਹਾਂ। ਉਸ ਦਿਨ ਤੋਂ ਬਾਅਦ ਅਜੇ ਦਾ ਰਵੱਈਆ ਮੇਰੇ ਨਾਲ ਬਹੁਤ ਵਧੀਆ ਹੋ ਗਿਆ। ਹੁਣ ਉਹ ਮੇਰੇ ਨਾਲ ਨਰਮੀ ਤੇ ਮੁਹੱਬਤ ਨਾਲ ਪੇਸ਼ ਆਉਣ ਲੱਗਾ। ਉਸ ਦੀ ਮਾਂ ਦੀ ਜਿੰਨੀ ਖਿਦਮਤ ਮੈਂ ਕੀਤੀ ਸੀ, ਸ਼ਾਇਦ ਕੋਈ ਸਕੀ ਔਲਾਦ ਵੀ ਨਾ ਕਰ ਸਕਦੀ। ਇਸ ਤੋਂ ਬਾਅਦ ਉਸਨੇ ਮੈਨੂੰ ਆਪਣੇ ਦਿਲ ਵਿੱਚ ਜਗ੍ਹਾ ਦੇ ਦਿੱਤੀ ਤੇ ਉਹ ਮੇਰੇ ਨਾਲ ਮੁਹੱਬਤ ਕਰਨ ਲੱਗਾ। ਹੁਣ ਮੇਰੀ ਹਰ ਗੱਲ ਮੰਨਦਾ ਹੈ, ਮੈਨੂੰ ਕੋਈ ਗਮ ਨਹੀਂ ਆਉਣ ਦਿੰਦਾ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ
ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।